ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਜਿਨ੍ਹਾਂ ਨਾ ਬਿਸਰੈ ਨਾਮ ਸੇ ਕਿਨੇਹਿਆ ਭੇਦ ਨ ਜਾਣਹੁ ਮੂਲ ਸਾਈਂ ਜਿਹਿਆ। ਰਹਿਤ ਸਦੀਵ ਰਖ ਪੰਚ ਦੋਖ ਅਹੰ ਤਿਆਗੀ ਪੂਰਨ ਬਵੇਕੀ ब्रह्म ज्ञान को सुनाते थे। सभी मत शास्त्रग गुरमत मारतंड सत संतोख धार सादगीर खाते थे। आत्म विचार के भंडारे बरताए बहो नाम अभ्यासी भी अनेकां बरोसाते थे। परम बैरागी त्यागी निस दिन लिव लागी मोहन मृगेश संत भिंडरां रहाते थे। वाहिगुरु जी का खालसा वाहिगुरु जी की फतेह। परम सन्मानयोग सतगुरु महाराज साहिब जी की साजी नवाजी होई। गुरु रूप गुरु खालसा साध संगत जी आपां सरबत गुरसिख माई भाई दसां सतगुरां दे आत्मक ज्ञान स्वरूप चावर छत्र तख्त दे मालिक लोक परलोक दियां दातां बख्शण वाले सतगुरु जुगो जुग अटल श्री गुरु ग्रंथ साहिब जी की पावन पवित्र रूहानी सुंदर गोद विच सुशोभित होके अज सतगुरु साहिब जी के दर घर तो बरोस आए होए नाम बाणी दे रसीए महान परोपकारी गुरमत विद्या मारतंड वैरागी त्यागी श्रीमान संत ज्ञानी मोहन सिंह जी पिंडरां वाले महापुरुष उन्हां दी पहली वारसी के संबंध विच सतगुरु जी के चरना कमलों के अंदर जुड़ रहे हाँ। सतगुरु जी की अमृत बाणी का मनोहर शब्द कीर्तन सरवण किया। उपरंत श्रीमान संत ज्ञानी कपूर सिंह जी पिंडरां वाले महापुरुष उन्हां दी रसना तो बहुत ही भावपूरत बहुत ही सुंदर अखरी अर्थां संयुक्त सतगुरु जी की अमृत बाणी दे बड़े कीमती अर्थ आपां ने सरवण कीते हन। उपरंत हर एक गुरसिख दे मनोभाव जैसे जैसे महापुरुषों के प्रति श्रद्धा भावना जेड़े जेड़े दृष्टिकोण तो महापुरुषों नूं वेखिया वो आप संगतां दे नाल गुरु प्यारियां ने बचन सरवण कीते हन सरवण करवाए हन। श्रीमान संत ज्ञानी मोहन सिंह जी का जीवन सतगुरु महाराज जी की अमृत बाणी के मुताबिक देखा जाता सी। सतगुरु महाराज जी ने पावन गुरबाणी दे विच गुरसिख का जीवन कथनी ते करनी इन्हां दोहां की एक समानता गुरसिख के जीवन की दर्शाई है।
ਸ੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਜੋ ਕੁਝ ਕਹਿੰਦੇ ਸਨ ਉਹ ਕਰਦੇ ਸਨ। ਅਤੇ ਮਹਾਂਪੁਰਸ਼ਾਂ ਦਾ ਜੀਵਨ ਕਿਹੋ ਜਿਹਾ ਸੀ। ਇੱਕ ਕਵਿਤ ਦੇ ਅੰਦਰ ਮਹਾਂਪੁਰਸ਼ਾਂ ਦਾ ਜੀਵਨ ਉਂਝ ਤਾਂ ਗੁਰਮੁਖ ਬੁਲਾਰਿਆਂ ਦੀ ਰਸਨਾ ਤੋਂ ਆਪਾਂ ਸੁਣਿਆ ਹੈ ਕਿ ਸਵੈ ਸੰਵੇਦਨਾ ਕਹਿ ਸਕੋ ਲੱਛਣ ਸੰਤ ਮਹੰਤ, ਪਰ ਸੰਵੇਦ ਕਹੇ ਕਛੂ ਸੰਗ ਪ੍ਰਤਾਪ ਕਰੰਤ। ਜਿਹੜਾ ਬੰਦਗੀ ਕਰਨ ਵਾਲਾ ਨਾਮ ਰਸੀਆ ਵਾਹਿਗੁਰੂ ਜੀ ਦੇ ਪਿਆਰ ਵਿੱਚ ਲਿਵਲੀਨ ਹੋਇਆ ਮਹਾਂਪੁਰਸ਼ ਹੈ, ਉਸ ਦਾ ਜਿਹੜਾ ਬਾਹਰਲਾ ਜੀਵਨ ਹੈ ਉਹ ਕਿਵੇਂ ਉੱਠਦਾ ਹੈ, ਕਿਵੇਂ ਨਿਤਨੇਮ ਕਰਦਾ ਹੈ, ਕਿਵੇਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਉਹ ਜਾਂਦਾ ਹੈ, ਕਿੱਦਾਂ ਦੀ ਉਹ ਬਾਹਰਲੀ ਰਹਿਤ ਰੱਖਦਾ ਹੈ, ਇਹ ਇੱਕ ਸਾਡੀ ਬਾਹਰਲੀ ਰਹਿਤ ਹੈ। ਔਰ ਇਸੇ ਤਰ੍ਹਾਂ ਇੱਕ ਹੈ ਅੰਤਰ ਆਤਮਾ ਦੀ ਰਹਿਤ, ਕਿ ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਕਿਵੇਂ ਪ੍ਰਾਪਤ ਹੋਇਆ। ਇਹ ਅੰਦਰ ਦੀ ਜਿਹੜੀ ਅਵਸਥਾ ਹੈ ਇਹ ਤਾਂ ਮਹਾਂਪੁਰਸ਼ ਆਪ ਹੀ ਜਾਣ ਸਕਦੇ ਹਨ। ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਕੈਸੇ ਸਨ। ਰਹਿਤ ਸਦੀਵ ਰਖ, ਜੋ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਦੀ ਰਹਿਣੀ ਦਰਸਾਈ ਹੈ। ਪੂਰਨ ਰਹਿਤ ਦੇ ਵਿੱਚ ਮਹਾਂਪੁਰਸ਼ ਸਾਰੀ ਜ਼ਿੰਦਗੀ ਭਰ ਆਪ ਉਹ ਰਹੇ ਤੇ ਜਥੇ ਦੇ ਵਿੱਚ ਰਹਿਣ ਵਾਲੇ ਗੁਰਸਿੱਖਾਂ ਨੂੰ ਪੂਰਨ ਰਹਿਤ ਦੇ ਵਿੱਚ ਰੱਖਿਆ। ਰਹਿਤ ਸਦੀਵ ਰਖ ਪੰਚ ਦੋਖ ਅਹੰ ਤਿਆਗੀ। ਜਿਹੜੇ ਪੰਜ ਦੋਸ਼ ਹਨ ਸ਼ਬਦ ਸਪਰਸ਼ ਰੂਪ ਰਸ ਗੰਧ ਅਤੇ ਅਹੰਕਾਰ ਭਾਵ ਹੈ। ਜੈਸੇ ਸਤਿਗੁਰੂ ਜੀ ਨੇ ਬਚਨ ਕੀਤੇ ਪੰਜ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਮਹਾਂਪੁਰਸ਼ਾਂ ਨੇ ਆਪਣੇ ਜੀਵਨ ਦੇ ਵਿੱਚੋਂ ਇਹ ਸਾਰੇ ਹੀ ਖਤਮ ਕਰ ਦਿੱਤੇ, ਦੂਰ ਕਰ ਦਿੱਤੇ। ਪੰਜ ਦੋਖ ਅਹੰ ਤਿਆਗੀ। ਸਭ ਤੋਂ ਵੱਡਾ ਤਿਆਗ ਕੀ ਹੈ। ਕੇਵਲ ਕੋਈ ਬਾਹਰੋਂ ਤਿਆਗ ਨੂੰ ਸਤਿਗੁਰੂ ਜੀ ਨੇ ਬਹੁਤਾ ਬਾਣੀ ਦੇ ਵਿੱਚ ਸਤਿਕਾਰ ਨਹੀਂ ਦਿੱਤਾ। ਜਿੱਥੇ ਮਹਾਂਪੁਰਸ਼ ਬਾਹਰੋਂ ਸਰੀਰ ਕਰਕੇ ਵੀ ਪਦਾਰਥਾਂ ਦੇ ਤਿਆਗੀ ਸੀ, ਉਥੇ ਉਹ ਮਨ ਕਰਕੇ ਹੰਗਤਾ ਤੋਂ ਵੀ ਤਿਆਗੀ ਸਨ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ, ਬਿਨ ਹਉ ਤਿਆਗ ਕਹਾਂ ਕੋਊ ਤਿਆਗੀ। ਇਸੇ ਤਰ੍ਹਾਂ ਪੰਜ ਦੋਖ ਅਹੰ ਤਿਆਗੀ। ਫਿਰ ਮਹਾਂਪੁਰਸ਼ ਕੈਸੇ ਸਨ। ਰਹਿਤ ਸਦੀਵ ਰਖ ਪੰਚ ਦੋਖ ਅਹੰ ਤਿਆਗੀ, पूर्ण विवेकी ब्रह्म ज्ञान को सुनाते थे। महापुरुष पूर्ण विवेकवान। विवेकी ਦੇ ਦੋ ਅਰਥ ਭਾਵ ਨੇ। ਇੱਕ ਹੈ ਸਾਡੀ ਬਾਹਰ ਦੀ ਸਰੀਰ ਦੀ ਸੋਚਮ, ਇੱਕ ਹੈ ਸਾਡੇ ਮਨ ਦੀ ਸੋਚਮ। ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਜਿੱਥੇ ਬਾਹਰੋਂ ਸਰੀਰ ਕਰਕੇ ਉਹ ਵਿਵੇਕੀ ਸੀ, ਉੱਥੇ ਨਾਲ ਹੀ ਬਿਬ ਏਕੀ ਜੀਵ ਈਸ ਦੀ ਏਕਤਾ ਦੇ ਵੀ ਉਹ ਮਹਾਨ ਏਕਤਾ ਕਰਨ ਵਾਲੇ ਸਨ। ਅੰਦਰੋਂ ਵੀ ਵਿਚਾਰਵਾਨ ਸਨ, ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ, ਪੁੱਛੋ ਵਿਵੇਕੀਆਂ ਜਾਏ। महापुरुष ऐसे पूर्ण विवेकी ब्रह्म ज्ञान को सुनाते थे। जिस वेले आप जी स्टेज के उपर बैठ के सतगुरु जी की अमृत बाणी की 12 माहां की जां महापुरुषां दे सालाना समागम ते हुक्मनामे की कथा करया करदे, नरोल ब्रह्म का ज्ञान ही सुनाया करते सन। ब्रह्म ज्ञान को सुनाते थे। सभी मत शास्त्रग, दुनिया दे विच जिन्ने मत ने उन्हां सारियां मतां दे महापुरुष शास्त्रां दे ज्ञाते सन। चाहे वो सांख है, न्याय है, पूर्व मीमांसा, पितंजल, जोग, वेदांत, इन्हां सभी मत शास्त्रग गुरमत मारतंड। आम तौर ते कई बार जिहड़े दूजे अनमतां दे विद्वान लोक ने वो कोई गुरमत दे इतने महान विद्वान नहीं। ਜਿਹੜੇ ਗੁਰਮਤ ਦੇ ਵਿਦਵਾਨ ਨੇ ਉਹ ਕਈ ਵਾਰ ਅਨਮਤਾਂ ਦੇ ਖੋਜੀ ਨਹੀਂ ਹਨ। ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਸਭੀ ਮਤ ਸ਼ਾਸਤਰਗ ਗੁਰਮਤ ਮਾਰਤੰਡ। ਗੁਰਮਤ ਦੇ ਤਾਂ ਮਾਰਤੰਡ ਸੂਰਜ ਸਨ ਮਹਾਂਪੁਰਸ਼।
सभी मत शास्त्रग गुरमत मार तंड, सत संतोख धार सादगी रखाते थे। आप सत संतोख ਅਤੇ ਸਾਦਗੀ ਦੇ ਵਿੱਚ ਹਮੇਸ਼ਾ ਰਹਿੰਦੇ। ਇੱਕ ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਸਾਧ ਸੰਗਤ ਜੀ ਸਾਡੇ ਮਨ ਦੇ ਉੱਪਰ 5 ਚੀਜ਼ਾਂ ਦਾ ਜਿਹੜਾ ਅਸਰ ਪੈਂਦਾ ਹੈ, ਬੋਲਣ ਦਾ, ਦੇਖਣ ਦਾ, ਪਹਿਨਣ ਦਾ। ਮਹਾਂਪੁਰਸ਼ ਇਸੇ ਕਾਰਨ ਕਰਕੇ ਹੀ ਸਾਨੂੰ ਆਪ ਸਾਦਗੀ ਦੇ ਵਿੱਚ ਰੱਖਦੇ ਸਨ ਤੇ ਆਪ ਸਾਦਗੀ ਦੇ ਵਿੱਚ ਰਹਿੰਦੇ ਸੀ। ਸਤ ਸੰਤੋਖ ਧਾਰ ਸਾਦਗੀ ਰਖਾਤੇ ਥੇ, ਆਤਮ ਵਿਚਾਰ ਕੇ ਭੰਡਾਰੇ ਵਰਤਾਏ ਬਹੁ। ਜਿੰਨੀ ਮਹਾਂਪੁਰਸ਼ਾਂ ਦੀ ਕਥਾ ਸੀ ਸਾਰੀ ਆਤਮ ਵਿਚਾਰ ਸੀ। ਆਤਮਾ ਤੋਂ ਹੀ ਮਹਾਂਪੁਰਸ਼ ਕਥਾ ਆਰੰਭ ਕਰਦੇ। ਆਤਮਾ ਕੀ ਹੈ, ਮਨ ਕੀ ਹੈ, ਬੁੱਧ ਕੀ ਹੈ, ਇਸੇ ਤਰ੍ਹਾਂ ਬੜੀ ਸੂਖਮ ਵਿਚਾਰ ਮਹਾਂਪੁਰਸ਼ ਸਰਵਣ ਕਰਵਾਉਂਦੇ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਆਤਮ ਵਿਚਾਰ ਕੇ ਭੰਡਾਰੇ ਵਰਤਾਏ ਬਹੁ, ਨਾਮ ਅਭਿਆਸੀ ਵੀ ਅਨੇਕਾਂ ਬਰੋਸਾਤੇ ਥੇ। ਬਹੁਤ ਚੰਗੇ ਚੰਗੇ ਕਮਾਈ ਵਾਲੇ ਗੁਰਸਿੱਖ, ਬਹੁਤ ਲੰਮਾ ਲੰਮਾ ਸਿਮਰਨ ਭਜਨ ਬੰਦਗੀ ਕਰਨ ਵਾਲੇ ਮਹਾਂਪੁਰਸ਼ ਮਹਾਂਪੁਰਸ਼ਾਂ ਦੇ ਕੋਲੋਂ ਆ ਕੇ ਗੁਰਮੁਖ ਰਸਤਾ ਪੁੱਛਿਆ ਕਰਦੇ ਸੀ। ਪਰਮਾਰਥ ਦਾ ਮਾਰਗ ਪੁੱਛਿਆ ਕਰਦੇ ਕਿ ਮੈਂ ਇਸ ਅਵਸਥਾ ਤੇ ਖੜਾ ਹਾਂ, ਇਸ ਤੋਂ ਅੱਗੇ ਮਹਾਰਾਜ ਮੈਂ ਕੀ ਮੈਨੂੰ ਸਾਧਨ ਕਰਨੇ ਚਾਹੀਦੇ ਨੇ। ਔਰ ਬਹੁਤ ਚੰਗੇ ਚੰਗੇ ਅਭਿਆਸੀ ਮਹਾਂਪੁਰਸ਼ਾਂ ਦੇ ਕੋਲੋਂ ਆ ਕੇ ਮਾਰਗ ਸੇਧ ਲਿਆ ਕਰਦੇ ਸਨ। ਨਾਮ ਅਭਿਆਸੀ ਵੀ ਅਨੇਕਾਂ ਬਰੋਸਾਤੇ ਥੇ, ਪਰਮ ਬੈਰਾਗੀ ਤਿਆਗੀ ਨਿਸ ਦਿਨ ਲਿਵ ਲਾਗੀ। ਮੋਹਨ ਮਰਗੇਸ਼ ਸੰਤ ਭਿੰਡਰਾਂ ਰਹਾਤੇ ਥੇ। ऐसे आप महान परम त्यागी वैरागी और निस दिन लिव लागी। रात दिन ही अंदरों सुरत करके परमेश्वर वाहिगुरु जी के रस नूं लैण वाले सन। जिथे महापुरुष बाहरों शरीर करके सुचम रखते, उत्थे अपने मन करके भी वो विकारां तो हमेशा उच्चे हो करके रहिंदे। एक बार मन दे विच ये संकल्प होया कि महापुरुष कई बार जे किते वस्त्र भी महापुरुषां दा किसे दे नाल लग जांदा ते ओ महापुरुष फिर आ करके वस्त्र चोला धो दिया करदे सन। एक बार मन दे विच ये शंका होया कि महापुरुष इतनी सोध क्यों रखदे है। महापुरख दरबार साहिब दे विच सतगुरु जी नूं नमस्कार कर रहे सन ते मैं आके बाहरों सतगुरु महाराज जी नूं नमस्कार कीती। निशान साहिब तो परिक्रमा करके बाहर आके बैठ गया ते जिस वेले महापुरख बाहरों आए, निशान साहिब की परिक्रमा करके दरबार साहिब की वड्डी परिक्रमा करके ते फतेह बुलाई ते महापुरुषां नूं ते पुछया किहड़ा सिंह है, दस दिता ते फिर महापुरुष तुर पए कोठी वाले पासे। रास्ते दे विच जांदे जांदे खड़ गए। कहते कई ਸਿੰਘਾਂ ਨੂੰ ਇਹ ਮਨ ਦੇ ਵਿੱਚ ਸ਼ੰਕਾ ਹੁੰਦਾ ਕਿ ਇੱਥੇ ਇੰਨੀ ਰਹਿਣ ਵਾਲੇ ਸਿੰਘ ਸੁਚਮ ਕਿਉਂ ਰੱਖਦੇ ਐ। ਤੇ ਉਸ ਵੇਲੇ ਇਹ ਮੇਰੇ ਮਨ ਦੇ ਵਿੱਚ ਹੀ ਸ਼ੰਕਾ ਸੀ। ਤੇ ਜਦੋਂ ਮਹਾਂਪੁਰਸ਼ਾਂ ਨੇ ਇਹ ਬਚਨ ਕਿਹਾ, ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਤੇ ਫਿਰ ਮਹਾਂਪੁਰਸ਼ ਦੱਸਣ ਲੱਗੇ, ਕਹਿੰਦੇ ਬਹੁਤ ਗੁਰਮੁਖ ਅਭਿਆਸੀ ਭਗਤ ਉਜਾਗਰ ਸਿੰਘ ਜੀ ਕਾਨੇ ਕਾਛੇ ਵਾਲੇ ਹੋਏ ਆ। ਕਹਿੰਦੇ ਅਸੀਂ ਵੀ ਉਹਨਾਂ ਤੋਂ ਪਰਮਾਰਥ ਦੀ ਸੇਧ ਲੈਂਦੇ ਰਹੇ ਹਾਂ। ਉਹ ਮਹਾਂਪੁਰਖ ਭਗਤ ਉਜਾਗਰ ਸਿੰਘ ਜੀ ਕਈ ਵਾਰ ਉਹਨਾਂ ਦੇ ਜਦੋਂ ਕੋਈ ਮਨੁੱਖ ਆਸਣ ਤੇ ਜਾਂ ਕਮਰੇ ਦੇ ਵਿੱਚ ਜਾ ਕੇ ਵਾਪਸ ਆਉਂਦਾ ਤੇ ਜਦੋਂ ਕਿਤੇ ਉਹ ਕਮਰੇ ਦੇ ਵਿੱਚ ਨਹੀਂ ਸਨ ਹੁੰਦੇ, ਆ ਕੇ ਦੱਸ ਦਿਆ ਕਰਦੇ ਸੀ, ਕਹਿੰਦੇ ਅੱਜ ਵੀ ਮੇਰੇ ਕਮਰੇ ਦੇ ਵਿੱਚ ਕੋਈ ਹੋਰ ਮਨੁੱਖ ਆ ਕੇ ਗਿਆ। ਕਹਿੰਦੇ ਉਹਨਾਂ ਨੇ ਇਹ ਫਿਰ ਇੱਕ ਰਾਜ ਦੱਸਿਆ। ਕਹਿੰਦੇ ਇਹ ਨਾਮ ਅਭਿਆਸ ਪਰਮਾਰਥ ਦੇ ਨਾਲ ਇਹ ਸੋਚਣ ਦਾ ਬਹੁਤ ਵੱਡਾ ਗਹਿਰਾ ਸੰਬੰਧ ਹੈ। ਕਹਿੰਦੇ ਭਗਤ ਉਜਾਗਰ ਸਿੰਘ ਜੀ ਗੁਰਮੁਖਾਂ ਨੇ ਇਹ ਬਚਨ ਸੁਣਾਇਆ ਕਿ ਜਦੋਂ ਅਸੀਂ ਬੰਦਗੀ ਦੇ ਵਿੱਚ ਬੈਠਦੇ ਹਾਂ, ਜਿੰਨੇ ਸਾਡੇ ਸਰੀਰ ਦੀਆਂ ਨਾੜੀਆਂ ਨੇ ਇਹ ਸਾਰੀਆਂ ਟਿਊਬਾਂ ਵਾਂਗ ਪ੍ਰਕਾਸ਼ ਇਹਨਾਂ ਸਾਰਿਆਂ ਦਾ ਹੋ ਜਾਂਦਾ। ਜਦੋਂ ਕੋਈ ਹੋਰ ਇਨਸਾਨ ਚੱਲ ਕੇ ਆਉਂਦਾ, ਉਹ ਫੁਰਨਿਆਂ ਦਾ ਭਰਿਆ ਹੁੰਦਾ, ਮਨ ਦੇ ਵਿੱਚ ਫੁਰਨੇ ਸੰਕਲਪ ਹੁੰਦੇ ਨੇ। ਕਹਿੰਦੇ ਉਹ ਜਿਹੜਾ ਅੰਦਰ ਦਾ ਪ੍ਰਕਾਸ਼ ਹੈ ਉਹ ਮੱਧਮ ਪੈਣਾ ਸ਼ੁਰੂ ਹੋ ਜਾਂਦਾ।
ਇਸ ਕਰਕੇ ਅਸੀਂ ਕਿਸੇ ਦੇ ਨਾਲ ਆਪਣਾ ਸਰੀਰ ਨਹੀਂ ਟੱਚ ਕਰਨਾ ਚਾਹੁੰਦੇ, ਆਪਣੇ ਲੀੜੇ ਕੱਪੜੇ ਤੱਕ ਵੀ, ਤਾਂ ਕਿ ਉਹ ਜਿਹੜਾ ਅੰਦਰ ਦਾ ਪ੍ਰਕਾਸ਼ ਹੈ ਉਹ ਮੱਧਮ ਨਾ ਪਵੇ, ਕਿਉਂਕਿ ਮਨੁੱਖ ਸੰਸਾਰ ਦੇ ਅੰਦਰ ਫੁਰਨਿਆਂ ਦਾ ਭਰਿਆ ਆਉਂਦਾ। ਇਸ ਕਾਰਨ ਕਰਕੇ ਮਹਾਂਪੁਰਸ਼ ਕਹਿੰਦੇ ਭਾਈ ਜਿਹੜੀ ਇਹ ਸੁਚਮ ਹੈ, ਇਸ ਦਾ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਗੁਰਸਿੱਖ ਨੂੰ ਹੁਕਮ ਕੀਤਾ, ਉੱਥੇ ਇਹ ਅੰਦਰੋਂ ਪਰਮਾਰਥਕ ਤੌਰ ਤੇ, ਰੂਹਾਨੀਅਤ ਤੌਰ ਤੇ, ਪਰਮਾਰਥ ਦੇ ਨਾਲ ਵੀ ਇਹ ਬਾਹਰ ਦੀ ਸੁਚਮ ਦਾ ਗਹਿਰਾ ਸੰਬੰਧ ਹੈ। ਇਸ ਤਰ੍ਹਾਂ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਬਹੁਤ ਵਾਰ, ਕਈ ਵਾਰ ਜਦੋਂ ਮਨ ਦੇ ਵਿੱਚ ਹੀ ਕੋਈ ਸਵਾਲ ਹੁੰਦਾ ਤੇ ਉਹਦਾ ਬਿਨਾਂ ਕਹਿਣ ਤੋਂ ਆਪਣੇ ਆਪ ਹੀ ਉਹ ਜਵਾਬ ਦੇ ਦਿਆ ਕਰਦੇ ਸਨ। ਸੋ ਐਸੇ ਮਹਾਂਪੁਰਖਾਂ ਦੀ ਸਾਧ ਸੰਗਤ ਦੀ, ਉਹਨਾਂ ਦੇ ਜੀਵਨ ਦੀ ਬਾਬਤ ਤਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ। ਇਸ ਕਾਰਨ ਕਰਕੇ ਉਹਨਾਂ ਦਾ ਕੇਵਲ ਆਪਾਂ ਬਾਹਰਲਾ ਜੀਵਨ ਹੀ ਜੋ ਵੇਖਿਆ ਹੈ ਉਹ ਆਪਾਂ ਸੁਣਦੇ ਹਾਂ ਤੇ ਸੁਣਾ ਰਹੇ ਹਾਂ। ਉਹਨਾਂ ਦੀ ਅੰਦਰ ਦੀ ਅਵਸਥਾ ਦਾ ਕੀ ਉਹ ਆਨੰਦ ਮਾਣ ਰਹੇ ਸੀ, ਇਹ ਤਾਂ ਉਹ ਆਪ ਹੀ ਮਹਾਂਪੁਰਖ ਜਾਣਦੇ ਹੈ। ਸੋ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਦੇ ਅੰਦਰ ਆਪਾਂ ਸਾਧ ਸੰਗਤ ਜੀ ਸੱਜ ਰਹੇ ਹਾਂ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆਪਾਂ ਇਹੋ ਅਰਦਾਸ ਕਰੀਏ ਕਿ ਇਹੋ ਜਿਹੇ ਮਹਾਂਪੁਰਸ਼ ਸੰਸਾਰ ਦੇ ਅੰਦਰ ਨਿਤ ਅਵਤਾਰ ਹੁੰਦੇ ਨੇ। ਵਾਹਿਗੁਰੂ ਜੀ, ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਸਮੇਂ-ਸਮੇਂ ਦੇ ਨਾਲ ਸੰਸਾਰ ਦੇ ਵਿੱਚ ਇਹੋ ਜਿਹੇ ਮਹਾਂਪੁਰਖ ਆਉਂਦੇ ਰਹਿਣ, ਤਾਂ ਕਿ ਉਹ ਸੰਸਾਰ ਨੂੰ ਚੰਗੀ ਸੇਧ ਦੇ ਕੇ ਤੇ ਸੰਸਾਰ ਦੇ ਵਿੱਚੋਂ ਅਨੇਕਾਂ ਲੋਕਾਂ ਦਾ ਭਲਾ ਕਰਦੇ ਰਹਿਣ। ਇੰਨਾ ਕੁਝ ਕਹਿੰਦਾ ਹੋਇਆ ਮੈਂ ਇੱਥੇ ਹੀ ਬਾਣੀ ਨੂੰ ਵਿਸਰਾਮ ਦਿੰਦਾ ਹਾਂ। ਸਰਬੱਤ ਸੰਗਤਾਂ ਦਾ, ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਧੰਨਵਾਦ। ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।